तू अंतरजामी पुरख भगवान। दासन दास कहे जन नानक, जिहा तू कराए तिहा हों करी बखियान। बेशुमार अथाह गणत अतुल्य, ज्यों बुलावो त्यों नानक दास बोले। ज्यों बुलावो त्यों नानक दास बोले। सतनाम वाहिगुरु साहिब जी। आसा बटुआ एक 72 आधारी, एको जिसै द्वारा नवै खंड की प्रथमी मांगै। सो जोगी जग सारा, ऐसा जोगी नौ निध पावै। तल का ब्रह्म ले गगन चरावै रहाओ। खिलता ज्ञान ध्यान कर सोई, शब्द धागा मथ घालै। पंच तत्त की कर मिरगाणी, गुर कै मार्ग चालै। दया बाहुरी काया कर धूई, दृष्ट की अगन जलावै। तिसका भाव लय हृदय अंतर, चहों जुग ताड़ी लावै। सब जोगतन सब जुगतन राम नाम है, जिसका पिंड पराना। कहो कबीर जे कृपा धारै, दे सच्चा निशाना। सब जुगतन राम नाम है, जिसका पिंड पराना। कहो कबीर जे कृपा धारै, दे सच्चा निशाना। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जीओ। गुरबाणी की जो लड़ीवार कथा आपां नूं प्राप्त हो रही है, तिस दे तहत आसा राग दे विच भगत कबीर साहिब जी का उचारण किया होया पावन शब्द पाठ आਪ जी ने ਸਰਵਣ ਕੀਤਾ ਹੈ। ਇੱਥੇ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ 7ਵਾਂ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ। ਕੋਈ ਜੋਗੀ ਭਗਤ ਕਬੀਰ ਸਾਹਿਬ ਜੀ ਦੇ ਕੋਲ ਆ ਕੇ ਜੋਗ ਮੱਤ ਦੀ ਬੜੀ ਵਡਿਆਈ ਕਰਨ ਲੱਗਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਹੀ ਜੋਗੀ ਹਾਂ, ਵਾ ਅਸੀਂ ਐਸੇ ਜੋਗੀ ਨੂੰ ਪ੍ਰਵਾਨ ਕਰਦੇ ਹਾਂ ਜਿਹਦੀ ਇਸ ਤਰ੍ਹਾਂ ਦੀ ਅਵਸਥਾ ਹੋਵੇ। ਕਿਉਂਕਿ ਆਪਾਂ ਵੇਖਦੇ ਹਾਂ ਜੋਗੀਆਂ ਨੇ ਹਰ ਇੱਕ ਥਾਂ 'ਤੇ ਜਾ ਕੇ ਆਪਣੇ ਮਤ ਨੂੰ ਬੜਾ ਪ੍ਰਸਾਰਣ ਦਾ ਜ਼ੋਰ ਲਾਇਆ ਹੈ, ਵੱਡਾ ਕਰਕੇ ਦੱਸਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵੀ ਜੋਗੀਆਂ ਦੀ ਚਰਚਾ ਹੁੰਦੀ ਹੈ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਜਿਹੜਾ ਜੋਗ ਤੁਸੀਂ ਚੁੱਕੀ ਬੈਠੇ ਹੋ, ਅਸੀਂ ਇਸ ਜੋਗ ਨੂੰ ਨਹੀਂ ਮੰਨਦੇ। ਮਹਾਰਾਜ ਕਹਿੰਦੇ ਅਸੀਂ ਮੰਨਦੇ ਹਾਂ ਐਸਾ ਜੋਗ। ਉਹ ਕਿਹੜਾ ਜੋਗ ਹੈ? ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਮੁੰਦਾ ਸੰਤੋਖ ਸ਼ਰਮ ਝੋਲੀ। ਮਹਾਰਾਜ ਨੇ ਉੱਥੇ ਉਹ ਜੋਗ ਦੀ ਗੱਲ ਕੀਤੀ ਵੀ ਇਸ ਤਰ੍ਹਾਂ ਦੀਆਂ ਕੰਨਾਂ ਵਿੱਚ ਜੋਗੀ ਮੁੰਦਰਾਂ ਪਾਉਂਦੇ ਨੇ। ਉਹਨਾਂ ਕੋਲ ਇੱਕ ਝੋਲੀ ਹੁੰਦੀ ਹੈ, ਇੱਕ ਖੱਪਰ ਹੁੰਦਾ ਹੈ, ਔਰ ਇਸ ਤਰ੍ਹਾਂ ਹੋਰ ਵੀ ਜਿਹੜੇ ਸਾਧਨ ਹੁੰਦੇ ਨੇ ਉਹ ਮਹਾਰਾਜ ਨੇ ਉੱਥੇ ਜ਼ਿਕਰ ਕੀਤਾ। ਗੁਰਬਾਣੀ ਵਿੱਚ ਹੋਰ ਵੀ ਥਾਂ ਪਰ ਥਾਂ ਇਸ ਦਾ ਜ਼ਿਕਰ ਆਇਆ ਹੈ। ਮਹਾਰਾਜ ਕਹਿੰਦੇ ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਜੋਗ ਦਾ ਵੈਸੇ ਅਰਥ ਹੈ ਜੁੜਨਾ ਰੱਬ ਨਾਲ। ਮਹਾਰਾਜ ਕਹਿੰਦੇ ਗੱਲਾਂ ਨਾਲ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ।
ਉਹਦੇ ਵਾਸਤੇ ਅੰਦਰ ਦੀ ਸਾਧਨਾ ਚਾਹੀਦੀ ਹੈ। ਬਾਹਰਲੀ ਸਾਧਨਾ ਕੁਝ ਵੀ ਬਹੁਤਾ ਵੱਡਾ ਮਾਇਨਾ ਨਹੀਂ ਰੱਖਦੀ। ਬਾਹਰੋਂ ਤਾਂ ਬੜਾ ਸੌਖਾ ਕੰਮ ਹੈ ਵੀ ਪਿੰਡੇ 'ਤੇ ਸਵਾਹ ਮੰਨ ਲਓ, ਜਟਾਵਾਂ ਰੱਖ ਲਵੋ, ਉਸ ਤਰ੍ਹਾਂ ਦੇ ਚੱਕਰ ਚਿੰਨ੍ਹ ਧਾਰਨ ਕਰ ਲਓ, ਜਾਂ ਭਗਵੇ ਰੰਗ ਦਾ ਬਾਣਾ ਪਾ ਲਵੋ, ਜਾਂ ਚਿੱਟੇ ਰੰਗ ਦਾ ਚੋਲਾ ਪਾ ਲਵੋ। ਅਤੇ ਇਹ ਤਾਂ ਬੜੀ ਸੌਖੀ ਗੱਲ ਹੈ ਵੀ ਇੱਦਾਂ ਮਹਾਰਾਜ ਕਹਿੰਦੇ ਕੋਈ ਰੱਬ ਨੂੰ ਨਹੀਂ ਮਿਲ ਸਕਦਾ। ਉਹਦੇ ਵਾਸਤੇ ਅੰਦਰ ਦੀ ਸਾਧਨਾ ਭਗਤ ਕਬੀਰ ਸਾਹਿਬ ਵੀ ਇੱਥੇ ਉਸੇ ਅੰਦਰ ਦੀ ਸਾਧਨਾ ਦਾ ਜ਼ਿਕਰ ਕਰ ਰਹੇ ਨੇ। ਆਓ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਇਸ ਤਰ੍ਹਾਂ ਦਾ ਜੋਗੀ ਹਰ ਇੱਕ ਨੂੰ ਬਣਨਾ ਚਾਹੀਦਾ ਹੈ, ਭਾਵੇਂ ਉਹ ਕੋਈ ਵੀ ਮਨੁੱਖ ਹੈ, ਉਹਨੂੰ ਅੰਦਰ ਦਾ ਜੋਗੀ ਇਸ ਤਰ੍ਹਾਂ ਦਾ ਬਣਨਾ ਚਾਹੀਦਾ, ਕਿਉਂਕਿ ਜੀਵਨ ਮਿਲਿਆ ਹੀ ਰੱਬ ਨਾਲ ਜੁੜਨ ਵਾਸਤੇ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਸ਼ਬਦ ਗੁਰ ਸੰਤਾਂ ਧੂੜ ਬਭੂਤ ਸੁਲਾਸੀ। ਕਹਿੰਦੇ ਜਿਹੜੇ ਗੁਰਸਿੱਖ ਨੇ ਉਹ ਸਦਾ ਜਾਗਦੇ ਨੇ, ਭਾਵ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ, ਅੰਦਰੋਂ ਜਾਗੇ ਰਹਿੰਦੇ ਨੇ, ਔਰ ਉਹਨਾਂ ਨੇ ਇਸ ਤਰ੍ਹਾਂ ਦਾ ਯੋਗ ਮਤ ਧਾਰਨ ਕੀਤਾ ਹੈ ਕਿ ਕੰਨਾਂ ਵਿੱਚ ਗੁਰੂ ਦਾ ਸ਼ਬਦ ਪਾਉਂਦੇ ਹਨ। ਇਹੀ ਮੁੰਦਰਾਂ ਪਾਈਆਂ ਹੋਈਆਂ ਨੇ। ਇਸ ਤਰ੍ਹਾਂ ਇੱਥੇ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਹਨ। ਆਸਾ ਬਟੂਆ ਏਕ 72 ਆਧਾਰੀ, ਏਕੋ ਜਿਸੈ ਦੁਆਰਾ, ਨਵੈ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ। ਜੋਗ ਮਤ ਨੇ ਬੜੀ ਖੋਜ ਕੀਤੀ ਸਰੀਰ ਦੇ ਅੰਦਰ ਦੀ, ਪਰ ਸਰੀਰ ਦੀ ਖੋਜ ਕੁਝ ਹੋਰ ਗੱਲ ਹੈ, ਸਰੀਰ ਦੇ ਇੰਦਰੀਆਂ ਨੂੰ ਵਸ ਵਿੱਚ ਕਰ ਲੈਣਾ ਕੁਝ ਹੋਰ ਗੱਲ ਹੈ। ਜਿਵੇਂ ਅੱਜ ਕੋਈ ਡਾਕਟਰ ਬਣ ਜਾਵੇ, ਕੋਈ ਵੱਡੀ ਗੱਲ ਨਹੀਂ ਹੈ ਕਿ ਡਾਕਟਰ ਬਣ ਗਿਆ ਹੈ, ਉਹ ਸਰੀਰ ਦਾ ਆਪਰੇਸ਼ਨ ਵੀ ਕਰ ਲੈਂਦਾ, ਸਰੀਰ ਵੀ ਜਾਣਦਾ ਕਿੱਥੇ ਕਿੱਥੇ ਕਿਹੜਾ ਕਿਹੜਾ ਜਿਹੜਾ ਹੈ ਸਰੀਰ ਦੇ ਵਿੱਚ ਅੰਗ ਕੰਮ ਕਰ ਰਿਹਾ, ਸਰੀਰ ਵਿੱਚ ਕਿਹੜੇ ਕਿਹੜੇ ਅੰਗ ਨੇ। ਪਰ ਇੱਕ ਡਾਕਟਰ ਕਾਮ ਤੋਂ ਨਹੀਂ ਬਚ ਸਕਦਾ, ਇੱਕ ਡਾਕਟਰ ਕ੍ਰੋਧ ਤੋਂ ਨਹੀਂ ਬਚ ਸਕਦਾ, ਇੱਕ ਡਾਕਟਰ ਲੋਭ ਤੋਂ ਨਹੀਂ ਬਚ ਸਕਦਾ, ਹੰਕਾਰ ਤੋਂ ਨਹੀਂ ਬਚ ਸਕਦਾ, ਮੋਹ ਤੋਂ ਨਹੀਂ ਬਚ ਸਕਦਾ। ਇਹਨਾਂ ਵਿਕਾਰਾਂ ਵਿੱਚ ਆਪਾਂ ਵੇਖਦੇ ਹਾਂ ਵੱਡੇ ਵੱਡੇ ਡਾਕਟਰ, ਵੱਡੇ ਵੱਡੇ ਵਿਗਿਆਨੀ, ਸਾਇੰਸਦਾਨ, ਉਹ ਵੀ ਇਹਨਾਂ ਵਿੱਚ ਉਲਝ ਜਾਂਦੇ ਹਨ। ਅਸਲ ਸਾਧਨਾ ਹੈ ਵੀ ਇਹਨਾਂ ਵਿਕਾਰਾਂ ਨੂੰ ਸਾਧ ਲੈਣਾ। ਤੋ ਯੋਗ ਮਤ ਨੇ ਖੋਜ ਕੀਤੀ ਬੜੀ ਗਹਿਰੀ। ਸਰੀਰ ਦੇ ਵਿੱਚ 72 ਵੱਡੀਆਂ ਨਾੜੀਆਂ ਮੰਨੀਆਂ ਗਈਆਂ ਨੇ, ਜਿਨ੍ਹਾਂ ਨਾਲ ਸਾਰਾ ਸਰੀਰ ਚੱਲਦਾ ਹੈ, ਜਿਨ੍ਹਾਂ ਦਾ ਜ਼ਿਕਰ ਭਗਤ ਨਾਮਦੇਵ ਜੀ ਵੀ ਕਰਦੇ ਨੇ। ਉਹ ਕਹਿੰਦੇ ਸਾਡੀਆਂ ਉਹ 72 ਵੱਡੀਆਂ ਨਾੜੀਆਂ ਅੰਮ੍ਰਿਤ ਨਾਲ ਭਰ ਗਈਆਂ ਨੇ। 72 ਵੱਡੀਆਂ ਨਾੜੀਆਂ ਦਾ ਭਾਵ ਸਰੀਰ ਦਾ ਸਾਰਾ ਸਿਸਟਮ। 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ। ਕਹਿੰਦੇ ਉਹ 70 ਤੇ ਦੋਏ 72 ਨਾੜੀਆਂ ਭਾਵ ਸਾਰਾ ਸਰੀਰ ਵਾਹਿਗੁਰੂ ਦੇ ਨਾਮ ਰਸ ਨਾਲ ਭਰ ਗਿਆ ਹੈ। ਜਦੋਂ ਹੁਣ ਰਸਨਾ ਤੋਂ ਰਾਮ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਰੋਮ ਰੋਮ ਖੇੜੇ ਵਿੱਚ ਆ ਜਾਂਦਾ, ਕਿਉਂਕਿ ਉਹ ਸਾਰਾ ਸਰੀਰ ਨਾਮ ਦੇ ਵਿੱਚ ਲੀਨ ਹੋ ਗਿਆ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਗੀਆਂ ਦੇ ਕੋਲ ਨਾ ਇੱਕ ਬਟੂਆ ਹੁੰਦਾ ਹੈ। ਬਟੂਆ ਕਹੀਏ ਛੋਟਾ ਜਿਹਾ ਬੈਗ, ਝੋਲਾ, ਉਹਨੂੰ ਬਟੂਆ ਕਹਿੰਦੇ ਨੇ। ਬਟੂਏ ਦੇ ਵਿੱਚ ਉਹਨਾਂ ਨੇ ਆਪਣਾ ਵਰਤਣ ਵਾਲਾ ਸਮਾਨ, ਜਿਹੜਾ ਉਹਨਾਂ ਦੀ ਲੋੜੀਂਦਾ ਸਮਾਨ ਹੁੰਦਾ, ਉਹ ਪਾਇਆ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬਟੂਆ ਏਕ 72 ਆਧਾਰੀ। ਅਸੀਂ ਇਸ ਸਰੀਰ ਨੂੰ ਹੀ ਬਟੂਆ ਬਣਾ ਲਿਆ ਹੈ। ਜਿਵੇਂ ਉਹ ਜ਼ਰੂਰੀ ਸਮਾਨ ਝੋਲੇ ਵਿੱਚ ਪਾਉਂਦੇ ਨੇ, ਇਸੇ ਤਰ੍ਹਾਂ ਇਹ ਸਰੀਰ ਨੂੰ ਹੀ ਅਸੀਂ ਕਹਿੰਦੇ ਝੋਲਾ ਬਣਾ ਲਿਆ। ਇਹਦੇ ਵਿੱਚ ਜ਼ਰੂਰੀ ਸਮਾਨ ਕਿਹੜਾ ਪਾਉਣਾ ਹੈ? ਦੈਵੀ ਗੁਣ ਪਾਉਣੇ ਨੇ। 72 ਆਧਾਰੀ, 72 ਨਾੜੀਆਂ ਦੇ ਆਧਾਰ 'ਤੇ ਇਹ ਸਰੀਰ ਰੂਪੀ ਬਟੂਆ ਖੜਾ ਹੈ। ਏਕੋ ਜਿਸੈ ਦੁਆਰਾ, ਇਸ ਸਰੀਰ ਦੇ ਵਿੱਚ ਇੱਕੋ ਦੁਆਰਾ ਹੈ ਰੱਬ ਨੂੰ ਮਿਲਣ ਦਾ, ਉਹ ਹੈ ਸਾਡਾ ਦਿਮਾਗ। ਜੇ ਮਨੁੱਖ ਕੋਲ ਦਿਮਾਗ ਨਾ ਹੋਵੇ
ਉਹ ਕਿਸੇ ਵੀ ਕਿੱਤੇ ਵਿੱਚ ਸਫਲ ਨਹੀਂ ਹੋ ਸਕਦਾ। ਦਿਮਾਗ ਹੀ ਨਹੀਂ ਹੈ, ਕੋਈ ਵੀ ਨਹੀਂ ਕੰਮ ਕਰ ਸਕਦਾ। ਇਸ ਦਿਮਾਗ ਦੇ ਨਾਲ ਆਪਾਂ ਸੰਸਾਰ ਵਿੱਚ ਵੀ ਜੋ ਕੁਝ ਕਰਨਾ ਚਾਹੀਏ, ਵੱਡੇ ਵੱਡੇ ਸਾਇੰਸਦਾਨ, ਇੰਜੀਨੀਅਰ, ਡਾਕਟਰ, ਫਿਲਾਸਫਰ, ਵੈਦ, ਹਕੀਮ ਔਰ ਬੜੇ ਬੜੇ ਵਕੀਲ, ਜੱਜ, ਕਿੰਨਾ ਕੁਝ ਇਹ ਕਿੱਥੋਂ ਬਣੇ? ਦਿਮਾਗ ਕਰਕੇ ਹੈ। ਜਿਸ ਬੱਚੇ ਦਾ ਦਿਮਾਗ ਨਹੀਂ ਹੈ ਉਹ ਕੁਝ ਵੀ ਨਹੀਂ ਬਣ ਸਕੇਗਾ ਦੁਨੀਆ ਵਿੱਚ। ਇਸ ਦਿਮਾਗ ਦੇ ਨਾਲ ਸੰਸਾਰ ਦੀ ਵੀ ਖੋਜ ਹੁੰਦੀ ਹੈ ਔਰ ਇਹ ਦਿਮਾਗ ਜਿਹਨੂੰ ਦਸਮ ਦੁਆਰਾ ਆਖਿਆ ਗਿਆ ਹੈ, ਜੇ ਇਹਨੂੰ ਆਪਾਂ ਗੁਰੂ ਦੀ ਮੱਤ ਅਨੁਸਾਰ ਵਰਤਣ ਲੱਗ ਜਾਈਏ ਤਾਂ ਫਿਰ ਰੱਬ ਵੀ ਮਿਲ ਜਾਂਦਾ ਹੈ। ਉਸੇ ਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਇਹ ਦਿਮਾਗ ਨੂੰ ਵਰਤ, ਆਪਣੇ ਨੂੰ। ਦਿਮਾਗ ਨੂੰ ਜੇ ਨਹੀਂ ਵਰਤਿਆ ਤਾਂ ਲੋਕੀ ਮੜੀਆਂ ਨੂੰ ਪੂਜੀ ਜਾਂਦੇ ਨੇ। ਪਾਗਲਾਂ ਵਾਲਾ ਕੰਮ। ਦਰਖਤਾਂ ਦੀ ਪੂਜਾ ਕਰੀ ਜਾਂਦੇ ਨੇ, ਸੱਪਾਂ ਦੀ ਪੂਜਾ ਕਰੀ ਜਾਂਦੇ ਨੇ, ਮੜੀਆਂ ਮੱਟੀਆਂ ਕਬਰਾਂ ਦੀ ਪੂਜਾ ਕਰੀ ਜਾਂਦੇ ਨੇ। ਇੱਥੋਂ ਪਤਾ ਲੱਗਦਾ ਬੰਦਾ ਮੈਂਟਲ ਹੈ, ਪਾਗਲ ਹੈ। ਕਿਉਂਕਿ ਪਾਗਲ ਬੰਦਾ ਹੀ ਇਸ ਤਰ੍ਹਾਂ ਦਾ ਕੰਮ ਕਰੇਗਾ ਜਿਹਨੂੰ ਸਮਝ ਹੀ ਨਹੀਂ ਹੈ। ਜਿਹਨੂੰ ਸਮਝ ਹੈ, ਜਿਹੜਾ ਦਿਮਾਗ ਹੈ, ਉਹ ਕਦੀ ਇਸ ਤਰ੍ਹਾਂ ਦਾ ਕਾਰਜ ਨਹੀਂ ਕਰੇਗਾ। ਤਾਂ ਹੀ ਤਾਂ ਮਹਾਰਾਜ ਦਸਮ ਪਾਤਸ਼ਾਹ ਜੀ ਕਹਿੰਦੇ ਵੀ ਮੇਰਾ ਜਿਹੜਾ ਖਾਲਸਾ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਭੁੱਲ ਕੇ ਵੀ ਮੇਰਾ ਸਿੱਖ ਨਾ ਤੇ ਵਰਤ ਰੱਖੇਗਾ, ਨਾ ਉਹ ਕਿਸੇ ਮੜੀ ਦੀ ਪੂਜਾ ਕਰੇਗਾ, ਨਾ ਕਿਸੇ ਕਬਰ ਦੀ ਪੂਜਾ ਕਰੇਗਾ, ਕੋਈ ਵੀ ਇਸ ਤਰ੍ਹਾਂ ਦੀ ਪੂਜਾ ਨਹੀਂ ਕਰੇਗਾ। ਅਤੇ ਆਪਾਂ ਵੇਖਦੇ ਹਾਂ ਸਿੱਖਾਂ ਦੇ ਹੱਥਾਂ ਵਿੱਚ ਨਗ ਵੀ ਪਾਏ ਹੋਏ ਨੇ, ਸਿੱਖਾਂ ਦੇ ਹੱਥਾਂ 'ਤੇ ਧਾਗੇ ਵੀ ਬੰਨੇ ਹੋਏ ਨੇ, ਕੋਈ ਕੰਮ ਛੱਡਦੇ ਹੀ ਨਹੀਂ। ਤੋ ਇਹ ਜਿਹਨੂੰ ਸਮਝ ਨਹੀਂ ਹੈ, ਸਮਝ ਲਓ ਮੈਂਟਲ ਹੈ। ਦਿਮਾਗ ਵਰਤੋ, ਮਹਾਰਾਜ ਕਹਿੰਦੇ ਆਪਣੇ ਦਿਮਾਗ ਨੂੰ ਵਰਤੋ, ਪਰ ਗੁਰੂ ਦੀ ਮੱਤ ਅਨੁਸਾਰ। ਦਿਮਾਗ ਹੈ ਬੱਚੇ ਦੇ ਕੋਲ, ਪਰ ਉਹ ਸਕੂਲ ਵਿੱਚ ਨਾ ਜਾਵੇ। ਭਾਵੇਂ ਦਿਮਾਗ ਹੈ ਪਰ ਕੁਝ ਬਣ ਨਹੀਂ ਸਕੇਗਾ। ਦਿਮਾਗ ਦੇ ਹੁੰਦਿਆਂ ਵੀ ਬੱਚਾ ਸਕੂਲ ਵੜਿਆ ਹੀ ਨਹੀਂ, ਪੜ੍ਹਿਆ ਹੀ ਨਹੀਂ ਕੁਝ ਵੀ, ਕਿ ਉਹ ਬੱਚਾ ਕੋਈ ਡਾਕਟਰ ਬਣ ਜਾਵੇਗਾ, ਕੋਈ ਇੰਜੀਨੀਅਰ, ਸਾਇੰਸਦਾਨ ਬਣ ਜਾਵੇਗਾ? ਕਦੇ ਵੀ ਨਹੀਂ। ਇਸੇ ਤਰ੍ਹਾਂ ਦਿਮਾਗ ਤਾਂ ਹੈ ਪਰ ਗੁਰੂ ਘਰ ਕਦੇ ਵੜਿਆ ਹੀ ਨਹੀਂ, ਗੁਰੂ ਦੀ ਬਾਣੀ ਨੂੰ ਪੜ੍ਹਿਆ ਹੀ ਨਹੀਂ, ਵਿਚਾਰਿਆ ਨਹੀਂ। ਕੋਈ ਸੰਤ ਬਣ ਜਾਵੇਗਾ, ਕੋਈ ਬਣ ਜਾਵੇਗਾ ਗੁਰਸਿੱਖ, ਕੋਈ ਰੱਬ ਦਾ ਭਗਤ ਬਣ ਜਾਵੇਗਾ? ਬਾਣੀ ਨੂੰ ਵਿਚਾਰਿਆ ਹੀ ਨਹੀਂ ਹੈ, ਬਾਣੀ ਨੂੰ ਪੜ੍ਹਿਆ ਹੀ ਨਹੀਂ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬਟੂਆ ਏਕ 72 ਆਧਾਰੀ, ਏਕੋ ਜਿਸੈ ਦੁਆਰਾ। ਇੱਕੋ ਦੁਆਰਾ ਹੈ ਰੱਬ ਨੂੰ ਮਿਲਣ ਦਾ। ਵਾ ਇਹਦਾ ਗੁਰਮੁਖ ਇਹ ਵੀ ਅਰਥ ਕਰਦੇ ਨੇ, ਮੂੰਹ। ਇੱਕੋ ਦੁਆਰ ਹੈ ਸਾਡੇ ਸਰੀਰ ਦੇ ਵਿੱਚ ਰੱਬ ਨੂੰ ਮਿਲਣ ਦਾ। ਗੂੰਗੇ ਦੇ ਕੋਲ ਜ਼ਬਾਨ ਨਹੀਂ ਹੈ, ਉਹ ਰੱਬ ਨੂੰ ਨਹੀਂ ਮਿਲ ਸਕਦਾ। ਗੂੰਗਾ ਮਨੁੱਖ ਸੰਸਾਰ ਦੇ ਵਿੱਚ ਕਿਸੇ ਪਾਸੇ ਵੀ ਸਫਲ ਨਹੀਂ ਹੈ। ਹਾਲਾਂਕਿ ਜਿਹਦੇ ਕੋਲ ਪੈਰ ਨਹੀਂ, ਉਹ ਵੀ ਬੰਦੇ ਸਫਲ ਵੇਖੇ ਗਏ ਨੇ। ਪੈਰ ਨਹੀਂ ਸੀ ਫਿਰ ਵੀ ਸਫਲ ਹੋ ਗਏ, ਹੱਥ ਨਹੀਂ, ਬਾਹਾਂ ਨਹੀਂ, ਫਿਰ ਵੀ ਸਫਲ ਹੋ ਗਏ, ਅੱਖਾਂ ਨਹੀਂ ਸਨ ਫਿਰ ਵੀ ਸਫਲ ਹੋ ਗਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਭਗਤ ਬੈਠਾ ਹੈ, ਉਹਦੀਆਂ ਅੱਖਾਂ ਨਹੀਂ ਸੀ, ਸੂਰਦਾਸ ਉਹਦਾ ਨਾਮ, ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ। ਉਹ ਵੀ ਰੱਬ ਨੂੰ ਮਿਲੇ ਨੇ, ਭਾਵੇਂ ਅੱਖਾਂ ਨਹੀਂ ਸੀ। ਕਿਉਂਕਿ ਸਾਡੇ ਮੂੰਹ ਦੇ ਵਿੱਚ ਜਿਹੜੀ ਰਸਨਾ ਹੈ, ਇਹ ਰਸਨਾ ਹੀ ਸਾਨੂੰ ਰੱਬ ਨਾਲ ਮਿਲਾਵੇਗੀ। ਰਸਨਾ ਨਾਲ ਜਦੋਂ ਜਪਾਂਗੇ ਵਾਹਿਗੁਰੂ ਵਾਹਿਗੁਰੂ, ਗੂੰਗਾ ਮਨੁੱਖ ਨਾ ਸੰਸਾਰ ਨਾਲ ਜੁੜ ਸਕਦਾ ਹੈ, ਕਿਉਂਕਿ ਅੱਖਰ ਹੀ ਨਹੀਂ ਹੈਗੇ, ਜ਼ਬਾਨ ਹੀ ਨਹੀਂ ਹੈ ਬੋਲਣ ਵਾਲੀ। ਨਾ ਉਹ ਸੰਸਾਰ ਨੂੰ ਮਿਲ ਸਕਦਾ ਹੈ, ਨਾ ਨਿਰੰਕਾਰ ਨੂੰ ਮਿਲ ਸਕਦਾ ਹੈ। ਗੂੰਗੇ ਮਨੁੱਖ ਦੇ ਕੋਈ ਬਹੁਤੇ ਮਿੱਤਰ ਨਹੀਂ ਹੁੰਦੇ। ਤੋ ਇਸ ਤਰ੍ਹਾਂ ਇਸ ਸਰੀਰ ਦੇ ਵਿੱਚ ਇੱਕ ਦੁਆਰਾ ਹੈ, ਜਿਸ ਦੁਆਰਾ ਰੱਬ ਨੂੰ ਮਿਲਿਆ ਜਾ ਸਕਦਾ ਹੈ। ਨਵੇਂ ਖੰਡ ਕੀ ਪ੍ਰਿਥਵੀ ਮੰਗੈ, ਸੋ ਜੋਗੀ ਜਗ ਸਾਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋਗੀ ਜੀ
ये जिहड़ा शरीर है 9 खंड प्रेथमी है, ये शरीर साडा, ये 9 खंड जो ब्रह्मांड है ना, बिल्कुल ये सारा साडा शरीर है। ब्रह्मांड दे विच सूरज चंद्रमा तुसीं वेखदे हो ना, साडे कोल भी सूरज चंद्रमा है। सज्जा जिहड़ी साडी सज्जी अख है ये सूरज है, जिहड़ी खब्बी अख है चंद्रमा दा काम करदी पई शरीर दे विच। जिहड़ी सज्जी अख है सूरज दा काम करदी पई है। दिन नूं ज़्यादा मानता दित्ती गई है ना रात नालों, सज्जे हत्थ नूं हमेशा सज्जे पासे नूं ज़्यादा मानता दित्ती गई है। बल्कि आपां वेखदे हां मनुੱਖਾ जीवन दे 2 पार्ट ने, एक साडा सज्जा एक साडा खब्बा पासा है। इस्तरी नूं खब्बा पासा मन्निया गया है। इस करके जदों विआह कारज भी हुंदा है, जिहड़ा लाड़ा है वो सज्जे पासे बैठदा है ते जिहड़ी भैण बीबी है वो खब्बे हत्थ बैठदी है। ये गल्लां एवें नहीं बणीਆਂ, इन्हां दा कोई रीजन है। एक पक्ष वड्डा है, एक छोटा है थोड़ा जिहा। एक पासे सूरज है, एक पासे चंद्रमा है, पर दोवां दी अपनी मानता है। ते इसे तरह भगत कबीर साहब जी फरमान करते हैं कि जिहड़ा साडा ये शरीर है सारा ब्रह्मांड है। जिन्होंने आपां होर खोलीए इहदे विच सारा कुछ ही आ जाता है। इस शरीर दे विच 3 हिस्से पानी है, ते समुंदर भी धरती नालों 3 गुणा वड्डा है इस ब्रह्मांड दे विच। ते जिवें जिहड़ी साडे अंदर दी अवस्था है, जिवें आकाश दा कोई अंत नहीं, इस तरह साडे अंदर भी जो कुछ चलदा है, फुरने बड़ा कुछ चलदा है, उहदा भी कोई अंत नहीं। शरीर दे विच वेखो की कुछ चली जांदा है, बैठियां बैठियां सुत्तियां सुपने भी आउंदे ने। इस शरीर दे अंदर की कुछ घड़ी जांदा है। तो भगत कबीर साहब जी कहंदे, नवै खंड की प्रिथमी मांगै सो जोगी जग सारा। जिहड़ा इस 9 खंड प्रिथवी विच उस रब नूं मंगण लग जांदा है, इस शरीर विचों रब नूं खोजण लग जांदा है। सो जोगी जग सारा, ओ जोगी सारे जग दे विच जोगी है। सारा जग उहदे अधीन हो जांदा है। जिन्हें अपने शरीर नूं खोज लिया, जिन्हें अपने आप दी खोज कर लई, संसार उहदे अगे झुक जांदा है। आपां वेखदे हां किसी साइंसदान ने खोज कीती है, तो उन्हें खोज कित्थों कीती है? अपने दिमाग नूं लाया, इस शरीर विच ध्यान जोड़िया, इस शरीर विचों ने खोज करके कोई ऐसा उपकरण दुनिया नूं देता, दुनिया उहदा वाह वाह करन लग जाती है। पर उन्हें खोज कित्थों कीती? शरीर विचों ही। इसे तरह जदों कोई अपने शरीर विचों रब नूं खोजदा ते दुनिया सारी उहनूं मत्था टेकन लग जाती है। भगत भगत जग वजिया चौं चक्कां दे विच चमरेटा। भगत रविदास जी नूं सारी दुनिया मत्था टेकन लग पई, क्योंकि अपने अंदरों शरीर विचों रब नूं खोजिया। ऐसा जोगी 9 निध पावै। भगत कबीर साहब जी कहंदे असल विच ਉਹ जोगी है, ਉਹ 9 निध वाहिगुरू दे नाम नूं पा लैंदा है। 9 निध अमृत प्रभ का नाम, देही मैं इसका विश्राम। तल का ब्रह्म ले गगन चरावै। योग साधना दे विच योग जिहड़े जोगी ने सवासां दी क्रिया द्वारा जिहड़ा ध्यान है वो दिमाग विच इत्थे तरकुटी विच लांदे ने ते अपनियां शक्तियां नूं जागृत करदे ने, जिहड़े अंदर 6 चक्कर जोगियां ने मन्ने ने। पर भगत कबीर साहब जी कहते साड़ी असल में जिहड़ी शक्ति ब्रह्म आत्मा है, इत्थे ब्रह्म दा अर्थ साड़ी आत्मक शक्ति वो कित्थे है? साड़ी नाभि विच है। जिहड़ी साड़ी आत्मा दा निवास है ना, वो साड़ी आत्मक शक्ति नाभि दे विच है। ते वो शक्ति दा जेकर थल्ले नूं प्रवाह चल पवे ते वो दुनिया दी काम वासना बन जाती। काम दा अर्थ है कामना करनी, दुनिया का यह पदार्थ यह भोग लवां, यह कर लवां, यह कर लवां। जेकर उही जिहड़ी शक्ति है साडे उहदा प्रवाह उपर नूं चल पवे तो फिर वो नाम की मंग करन लग पैंदी है, फिर नाम रस दे विच लीन हो जाती है। तो असल विच उही भगत कबीर साहब कहते जोगी है जिहड़ा
ਤਲ ਕਾ ਬ੍ਰਹਮ, ਜਿਹੜਾ ਸਾਡਾ ਤਲ ਹੈ। ਜਦੋਂ ਆਪਾਂ ਬੈਠਦੇ ਹਾਂ ਸਾਡਾ ਇਹ ਧੁਨੀ ਜਿਹੜੀ ਹੈ ਇਹ ਤਲ ਮੰਨਿਆ ਗਿਆ ਸਰੀਰ ਦੇ ਵਿੱਚ। ਇੱਥੇ ਉਸ ਬ੍ਰਹਮ ਦਾ, ਉੱਥੇ ਆਤਮਕ ਸ਼ਕਤੀ ਦਾ ਨਿਵਾਸ ਹੈ। ਤਲ ਕਾ ਬ੍ਰਹਮ ਲੈ ਗਗਨ ਚਰਾਵੈ। ਗਗਨ ਕਹਿੰਦੇ ਨੇ ਦਿਮਾਗ ਨੂੰ, ਆਕਾਸ਼ ਇਹਨੂੰ, ਸਿਰ ਨੂੰ। ਆਪਣੀ ਆਤਮਕ ਸ਼ਕਤੀ ਦਾ ਉੱਪਰ ਵੱਲ ਨੂੰ ਪ੍ਰਵਾਹ ਕਰਨਾ ਹੈ। ਕਦੇ ਵੀ ਤੁਸੀਂ ਵੇਖੋ ਜਦੋਂ ਆਪਾਂ ਖੜੇ ਹੁੰਦੇ ਹਾਂ ਉਦੋਂ ਸਾਡੀ ਉਸ ਸ਼ਕਤੀ ਦਾ ਜ਼ੋਰ ਉੱਪਰ ਵੱਲ ਹੁੰਦਾ ਹੈ। ਖੜੇ ਹੋਏ ਬੰਦੇ ਨੂੰ ਛੇਤੀ ਆਲਸ ਨਹੀਂ ਪੈਂਦੀ, ਤੁਰਦੇ ਹੋਏ ਬੰਦੇ ਨੂੰ ਆਲਸ ਨਹੀਂ ਪੈਂਦੀ। ਜਦੋਂ ਆਪਾਂ ਬੈਠ ਗਏ ਸਾਡੀ ਉਹ ਸ਼ਕਤੀ ਦਾ ਪ੍ਰਵਾਹ ਥੱਲੇ ਜਾਣ ਲੱਗ ਪੈਂਦਾ, ਆਪਾਂ ਨੂੰ ਆਲਸ ਪੈਣ ਲੱਗ ਜਾਂਦੀ ਹੈ ਬੈਠੇ ਬੈਠੇ ਨੂੰ। ਜੇ ਲੰਮੇ ਪੈ ਗਏ ਉਹ ਸ਼ਕਤੀ ਹੋਰ ਧੀਮੀ ਹੋ ਜਾਂਦੀ, ਬੰਦੇ ਨੂੰ ਨੀਂਦ ਆ ਜਾਂਦੀ ਹੈ। ਪਰ ਜਦੋਂ ਕੋਈ ਸ਼ਬਦ ਨਾਲ ਉਸ ਸ਼ਕਤੀ ਨੂੰ ਪਕੜ ਲੈਂਦਾ ਹੈ, ਇੱਕ ਵਾਰੀ ਉਸ ਨੂੰ ਪਕੜਨਾ ਔਖਾ ਹੈ, ਇੱਕ ਵਾਰੀ ਪਕੜ ਜਾਵੇ ਫਿਰ ਮਹਾਰਾਜ ਦੀ ਬਾਣੀ ਨੇ ਕਹਿਤਾ ਤਿੱਥੇ ਨੀਂਦ ਨਾ ਭੁੱਖ ਹੈ। ਉੱਥੇ ਨਾ ਨੀਂਦ ਨਾ ਭੁੱਖ, ਇਹ ਦੁਨੀਆ ਦੀਆਂ ਜਿੰਨੀ ਵੀ ਅਵਸਥਾ ਹੈ ਇਹ ਖਤਮ ਹੋ ਜਾਂਦੀ ਹੈ। ਫਿਰ ਉਹ ਗੁਰਮੁਖ ਸਰੀਰ ਦੀ ਲੋੜ ਮਾਤਰ ਪਦਾਰਥ ਲੈਂਦੇ ਨੇ, ਵਰਨਾ ਉਹਦੇ ਵੀ ਕਈ ਦਿਨ ਉਹਨਾਂ ਨੂੰ ਲੋੜ ਨਹੀਂ ਪੈਂਦੀ, ਐਸੀ ਅਵਸਥਾ ਬਣ ਜਾਂਦੀ ਹੈ। ਪਰ ਉਸ ਅਵਸਥਾ ਤੱਕ ਪਹੁੰਚਣਾ ਬੜਾ ਕਠਿਨ ਹੈ, ਬੜਾ ਔਖਾ ਹੈ, ਬੜੀ ਸਾਧਨਾ ਕਰਨੀ ਪੈਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇੱਕ ਗੱਲ ਹੈ ਕਿ ਇੱਕ ਜੋਗੀ ਨੇ 40 ਦਿਨ ਮਿੱਟੀ ਵਿੱਚ, ਭੋਰੇ ਵਿੱਚ ਬੈਠਿਆ ਰਿਹਾ, ਮਿੱਟੀ ਪਾ ਕੇ ਉਹਨੂੰ ਥੱਲੇ ਦੱਬ ਦਿੱਤਾ ਸੀ। ਸਵਾਸਾਂ ਨੂੰ ਉੱਪਰ ਨੂੰ ਚੜ੍ਹਾ ਕੇ ਬੈਠ ਗਿਆ ਜਾਮ ਕਰਕੇ। ਸਾਧਨਾ ਬੜੀ ਉਹਦੀ ਕੀਤੀ ਹੋਈ ਸੀ। 40 ਦਿਨ ਬਾਅਦ ਬਾਹਰ ਕੱਢਿਆ ਜੀਵਦਾ ਸੀ। ਇਸੇ ਤਰ੍ਹਾਂ ਇਹ ਤਾਂ ਕੋ ਬੜੀ ਛੋਟੀ ਜਿਹੀ ਗੱਲ ਹੈ। ਜਦੋਂ ਕੋਈ ਨਾਮ ਨਾਲ ਉਸ ਸ਼ਕਤੀ ਨੂੰ ਜਾਗਰਤ ਕਰ ਲੈਂਦਾ ਫਿਰ ਸਰੀਰ ਦੀ ਭੁੱਖ, ਆਲਸ, ਨਿੰਦਰਾ ਇਹ ਸਭ ਉੱਡ ਜਾਂਦੀਆਂ ਨੇ। ਉਹ ਗੁਰਮੁਖ ਰੋਮ ਰੋਮ, ਫਿਰ ਤਾਂ ਹੀ ਕਿਹਾ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਨੇ, ਰਹਾਉ ਖਿੰਤਾ ਗਿਆਨ ਧਿਆਨ ਕਰ ਸੂਈ, ਸ਼ਬਦ ਧਾਗਾ ਮਥ ਘਾਲੈ। ਖਿੰਥਾ ਗਿਆਨ, ਖਿੰਥਾ ਕਿ ਜਿਹੜਾ ਉਹਨਾਂ ਦੀ ਉਹ ਖਫਣੀ ਜੀ ਪਾਉਂਦੇ ਨੇ, ਭਗਤ ਕਬੀਰ ਸਾਹਿਬ ਕਹਿੰਦੇ ਉਹ ਹੈ ਗਿਆਨ। ਜੇਕਰ ਖਿੰਥਾ ਪਾਣੀ ਹੈ ਤੇ ਗਿਆਨ ਦੀ ਪਾਓ, ਭਾਵ ਗਿਆਨ ਇਕੱਠਾ ਕਰੋ, ਆਤਮਿਕ ਗਿਆਨ ਲਵੋ। ਧਿਆਨ ਕਰ ਸੂਈ, ਧਿਆਨ ਦੀ ਸੂਈ, ਧਿਆਨ ਜੋੜੋ ਸ਼ਬਦ ਦੇ ਵਿੱਚ। ਜਿੰਨਾ ਵੀ ਬਾਣੀ ਪੜ੍ਹਨੀ ਹੈ ਧਿਆਨ ਦੇ ਨਾਲ ਪੜ੍ਹੋ। ਸ਼ਬਦ ਧਾਗਾ ਮਥ ਘਾਲੈ, ਸ਼ਬਦ ਗੁਰੂ ਦੇ ਸ਼ਬਦ ਦਾ ਧਾਗਾ ਹੈ, ਸਾਡੀ ਸੁਰਤ ਧਿਆਨ ਦੀ ਸੂਈ ਹੈ। ਔਰ ਗਿਆਨ ਦੀ ਖਿੰਥਾ ਜਿਹੜੀ ਹੈ ਉਹ ਸੇਵਨੀ ਹੈ। ਪੰਚ ਤਖਤ ਕੀ ਕਰ ਮਿਰਗਾਣੀ, ਗੁਰ ਕੈ ਮਾਰਗ ਚਾਲੈ। ਜੋਗੀ ਜਿਸ ਤੇ ਬੈਠਦੇ ਨੇ ਉਹ ਮਿਰਗ ਦੀ ਖੱਲ ਦੀ ਹੁੰਦੀ ਹੈ। ਪੰਜੇ ਤੱਤਾਂ ਨੂੰ, ਪੰਜੇ ਤੱਤਾਂ ਦਾ ਜਿਹੜਾ ਮੋਹ ਹੈ, ਸਾਡਾ ਸਰੀਰ ਪੰਜਾਂ ਤੱਤਾਂ ਦਾ ਬਣਿਆ, ਸਰੀਰ ਦਾ ਬੜਾ ਮੋਹ ਆਉਂਦਾ ਹੈ। ਪੰਜੇ ਤੱਤਾਂ ਦਾ ਮੋਹ ਆਪਣੇ ਆਸਣ ਦੇ ਥੱਲੇ ਵਿਛਾ ਕੇ ਉਹਨੂੰ ਮਿਰਗ ਆਸਣ ਬਣਾ ਲੈਣਾ ਹੈ। ਗੁਰ ਕੈ ਮਾਰਗ ਚਾਲੈ, ਇਸ ਤਰ੍ਹਾਂ ਗੁਰੂ ਦੇ ਦੱਸੇ ਹੋਏ ਮਾਰਗ ਦੇ। ਇਹ ਸਾਰੀ ਅੰਤਰੀਵ ਦੀ ਯਾਤਰਾ ਹੈ। ਬਾਹਰੋਂ ਤੁਸੀਂ ਆਪਣਾ ਸੰਸਾਰ ਦਾ ਕੰਮ ਕਰ ਰਹੇ ਹੋ, ਪਰ ਅੰਦਰੋਂ ਤੁਹਾਡੇ ਕੋਲ ਰੱਬੀ ਗਿਆਨ ਹੈ। ਤੁਹਾਡਾ ਧਿਆਨ ਸੂਈ ਬਣਿਆ ਹੋਇਆ ਹੈ, ਗੁਰੂ ਦੇ ਸ਼ਬਦ ਦਾ ਧਾਗਾ ਵਿੱਚ ਪਾਇਆ ਹੋਇਆ ਹੈ। ਧਿਆਨ ਰੂਪੀ ਸੂਈ ਦੇ ਵਿੱਚ ਧਾਗਾ ਪਾਇਆ ਹੋਵੇ ਤੇ ਉਹ ਬੜਾ ਵਧੀਆ ਕੱਪੜਾ ਸੀਮਦੀ ਹੈ। ਇਹ ਸਾਡਾ ਧਿਆਨ ਜਿਹੜਾ ਹੈ ਨਾ, ਇਹ ਸੂਈ ਹੈ। ਇਹਦੇ ਵਿੱਚ ਗੁਰੂ ਦਾ ਸ਼ਬਦ ਉਹਨੂੰ ਵੱਟ ਪਾ ਦੇਣੇ, ਭਾਵ ਵਾਰ-ਵਾਰ ਉਹਦੀ ਘਾਲਣੀ ਹੈ। ਪੰਜੇ ਤੱਤਾਂ ਦਾ ਮੋਹ ਮਰਗਾਣੀ ਬਣਾ ਲੈਣੀ ਹੈ। ਇਸ ਤਰ੍ਹਾਂ ਗੁਰੂ ਦੇ ਮਾਰਗ ਤੇ, ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਕਰੀਏ। ਦਇਆ ਫਾਹੁਰੀ ਕਾਇਆ ਕਰ ਧੂਈ, ਅਦ੍ਰਿਸ਼ਟ ਕੀ ਅਗਨ ਜਲਾਵੈ। ਜਦੋਂ ਜੋਗੀ ਬੈਠਦਾ ਹੈ, ਉਹ ਜਿੱਥੇ ਬੈਠਦਾ ਹੈ ਨਾ, ਝਾੜੂ ਮਾਰ ਕੇ ਉੱਥੇ ਫਿਰ ਧੂਈ ਤਪਾ ਕੇ ਬੈਠ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਇੱਥੇ ਕਿਹੜੀ ਫੋੜੀ ਡਾਈ ਹੈ, ਫੌਰੀ ਕੀਤੀ ਹੈ।
ਉਹ ਹੈ ਦਇਆ ਕਰਨੀ ਸਾਰਿਆਂ ਤੇ। ਦਇਆ ਦਾ ਝਾੜੂ ਮਾਰਨਾ, ਸਫਾਈ ਰੱਖਣੀ, ਸਾਰਿਆਂ ਤੇ ਦਇਆ ਕਰਨੀ ਹੈ। ਕਾਇਆ ਕਰ ਧੂਈ, ਔਰ ਆਪਣੇ ਸਰੀਰ ਨੂੰ ਹੀ ਧੂਣੀ ਬਣਾ ਲੈਣਾ। ਜਿਵੇਂ ਜੋਗੀ ਧੂਣਾ ਤਪਾ ਕੇ ਬੈਠਦੇ ਨੇ ਨਾ, ਇਸੇ ਤਰ੍ਹਾਂ ਆਪਣੇ ਸਰੀਰ ਨੂੰ ਹੀ ਧੂਣੀ ਬਣਾ ਲੈਣਾ, ਭਾਵ ਸਰੀਰ ਵਿੱਚ ਹੀ ਧਿਆਨ ਲਾਣਾ। ਜਿਵੇਂ ਜੋਗੀ ਧੂਣੀ ਤਪਾ ਕੇ ਉਹਦੇ ਵਿੱਚ ਧਿਆਨ ਲਾ ਕੇ ਬੈਠ ਜਾਂਦਾ ਹੈ, ਅੱਗ ਬਾਲ ਕੇ ਨਾ ਉਹਦੇ ਵਿੱਚ ਧਿਆਨ ਲਾ ਕੇ ਬੈਠ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਆਪਣੇ ਸਰੀਰ 'ਤੇ ਧਿਆਨ ਲਿਆਈਏ। ਤਾਂ ਹੀ ਤੇ ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਇਹ ਬਚਨ ਆਖੇ ਨੇ, ਇਹ ਸਰੀਰਾ ਮੇਰਿਆ। ਆਪਣੇ ਸਰੀਰ ਨਾਲ ਗੱਲ ਕੀਤੀ ਹੈ, ਸਰੀਰ 'ਤੇ ਧਿਆਨ ਲਿਆਉਣਾ ਹੈ। ਔਰ ਦ੍ਰਿਸ਼ਟ ਕੀ ਅਗਨ ਜਲਾਵੈ, ਅੱਗ ਕਿਹੜੀ ਜਲਾਣੀ ਹੈ? ਉਹ ਹੈ ਦ੍ਰਿਸ਼ਟੀ। ਆਪਣੀ ਦ੍ਰਿਸ਼ਟੀ ਨੂੰ ਆਪਣੇ ਸਰੀਰ 'ਤੇ ਲਾਈਏ, ਨਾ ਕਿ ਹੋਰ ਪਾਸੇ ਇਹਨੂੰ ਲਾਈਏ। ਤ੍ਰਿਸ਼ਕਾ ਭਾਉ ਲਾਏ ਲਏ ਰਿਦ ਅੰਤਰ, ਚੌ ਜੁਗ ਤਾੜੀ ਲਾਵੈ। ਅਤੇ ਵਾਹਿਗੁਰੂ ਦਾ ਪ੍ਰੇਮ ਆਪਣੇ ਅੰਦਰ ਲਾ ਕੇ ਇਸ ਤਰ੍ਹਾਂ ਸਾਧਨਾ ਕਰੇ, ਚੌ ਜੁਗ ਤਾੜੀ ਲਾਵੈ। ਔਰ ਚਾਰੇ ਯੁਗ ਭਾਵ ਹਰ ਸਮੇਂ ਦੇ ਵਿੱਚ ਉਸ ਵਾਹਿਗੁਰੂ ਵਿੱਚ ਧਿਆਨ ਲਾ ਕੇ ਰੱਖੇ। ਆਪਾਂ ਨਿਤਨੇਮ ਕਰਕੇ ਕਹਿੰਦੇ ਹਾਂ ਬਹੁਤ ਕੁਝ ਕਰ ਲਿਆ। ਜੇ ਸਫਲ ਹੋਣਾ ਹੈ, ਸਾਡਾ ਧਿਆਨ ਹਰ ਸਮੇਂ ਬਾਣੀ ਵਿੱਚ ਹੋਣਾ ਚਾਹੀਦਾ ਹੈ। ਭਾਵੇਂ ਆਪਾਂ ਦੁਨਿਆਵੀ ਕੰਮ ਕਰਦੇ ਹੋਈਏ, ਕਿਤੇ ਜਾਂਦੇ ਆਉਂਦੇ ਹੋਈਏ, ਜੇ ਕੁਝ ਪ੍ਰਾਪਤ ਕਰਨਾ ਹੈ। ਜੇ ਕਹੀਏ ਨਿਤਨੇਮ ਕਰ ਲਿਆ ਬਸ ਬਹੁਤ ਹੈ, ਫਿਰ ਤੇ ਸਰ ਗਿਆ। ਜੇ ਕੁਝ ਪ੍ਰਾਪਤੀ ਚਾਹੁੰਦੇ ਆ ਸਰੀਰ ਵਿੱਚੋਂ, ਅਧਿਆਤਮਕ ਮਾਰਗ ਦੀ, ਫਿਰ ਹਰ ਸਮੇਂ ਧਿਆਨ ਸ਼ਬਦ ਵਿੱਚ ਲਾਣਾ ਹੋਵੇਗਾ। ਸਭ ਜੁਗਤਨ ਰਾਮ ਨਾਵੈ, ਜਿਸ ਕਾ ਪਿੰਡ ਪਰਾਨਾ। ਸਭ ਜੁਗਤਨ ਕਹੀਏ, ਜੋਗ ਦਾ ਤੱਤ ਉਹ ਹੈ ਵਾਹਿਗੁਰੂ ਦਾ ਨਾਮ, ਪਰਮੇਸ਼ਵਰ ਦਾ ਨਾਮ। ਜੋਗ ਤੱਤ ਦਾ ਨਿਚੋੜ ਕੀ ਹੈ? ਪਰਮੇਸ਼ਵਰ ਦਾ ਨਾਮ। ਜਿਸ ਵਾਹਿਗੁਰੂ ਨੇ ਪਿੰਡ ਪ੍ਰਾਣ ਸਾਰਾ ਕੁਝ ਦਿੱਤਾ ਹੋਇਆ, ਕਹੋ ਕਬੀਰ ਜੀ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ। ਉਸ ਰਾਮ, ਜਿਸ ਵਾਹਿਗੁਰੂ ਨੇ ਸਰੀਰ ਪਿੰਡ ਪ੍ਰਾਣ ਸਾਰਾ ਕੁਝ ਦਿੱਤਾ, ਉਹਦੇ ਵਿੱਚ ਧਿਆਨ ਲਾ ਕੇ ਰੱਖਣਾ ਹੈ। ਉਹ ਕਿਰਪਾ ਕਰ ਦੇਵੇ ਤਾਂ ਮਸਤਕ ਦੇ ਉੱਪਰ ਨਿਸ਼ਾਨਾ ਕਹੀਏ ਰੱਬੀ ਨੂਰ ਪ੍ਰਗਟ ਹੋ ਜਾਂਦਾ ਹੈ। ਜਿਹਨੂੰ ਉਸ ਵਾਹਿਗੁਰੂ ਦੀ ਕਿਰਪਾ ਮਿਲ ਗਈ ਸਾਧਨਾ ਕਰਦੇ ਨੂੰ, ਜਿਹਨੇ ਅੰਦਰ ਦੀ ਸਾਧਨਾ ਕੀਤੀ, ਉਹਦੇ 'ਤੇ ਰੱਬ ਕਿਰਪਾ ਕਰਦਾ, ਉਹਦੇ ਚਿਹਰੇ 'ਤੇ ਉਹ ਰੱਬੀ ਨੂਰ ਦਿਖਾਈ ਦਿੰਦਾ ਹੈ। ਉਸ ਦੇ ਚਿਹਰੇ ਦੇ ਦਰਸ਼ਨ ਕਰਦਿਆਂ ਮਨ ਨੂੰ ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਜਿਵੇਂ ਫੁੱਲਾਂ 'ਤੇ ਨੂਰ ਹੁੰਦਾ, ਫੁੱਲ ਵੇਖਦੇ ਹਾਂ ਆਪਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਗੁਰਮੁਖ ਦੇ ਦਰਸ਼ਨ ਕਰਕੇ ਜਿਹੜਾ ਹੈ ਅੰਦਰ ਖੇੜਾ ਬਣਦਾ ਹੈ, ਟਿਕਾ ਮਿਲਦਾ ਹੈ। ਸਤਿਗੁਰੂ ਜੀ ਮੈਂ ਰਾਮਤ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾਈਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।